सो सतगुर माहे सम जो जियो जाने तिस अंतर रवै हर नामा बाणी गुरु गुरु है बाणी विच बाणी अमृत सारे गुर बाणी कहे सेवक जन माने परतख गुरु निस्तारै बाणी बिरलो विचार सी जे को गुरमुख होए ए बाणी महापुरख की निज कर वासा होए पैरों महल्ला चौथा बोल हर नाम सफल साकरी गुर उपदेश सब दुख पर हरी मेरे मन हर भज नाम नर हरि कर कृपा मेलो गुर पूरा सत संगत संग सिंध पातरी रहाओ जग जीवन त्याए मन हर सिमरी कोट कोटंतर तेरे पाप पर हरि सत संगत साध तारियो सत संगत साध तूर मुख परी इशनान कियो 68 सुरसरी हम मूरख को हर कृपा करी जन नानक तारियो तारण हरि हम मूरख को हर कृपा करी जन नानक
ਤਾਰਿਓ ਤਾਰਨ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੇ ਵਿਚਾਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਸਿੰਘ ਸਾਹਿਬ ਜੀ ਦਾ ਉਹਨਾਂ ਦੀ ਵਿਦਾਇਗੀ ਵੀ ਹੈ। ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ 6 ਤਰੀਕ ਨੂੰ ਹੈ। 5 ਤਰੀਕ ਸ਼ਾਮਾਂ ਦੇ ਵਿਸ਼ੇਸ਼ ਸਮਾਗਮ ਬੰਗਲਾ ਸਾਹਿਬ ਸਰੋਵਰ ਦੀ ਪਰਿਕਰਮਾ ਵਿੱਚ ਹੋਣਗੇ। 6 ਤਰੀਕ ਦੇ ਮੁੱਖ ਪੰਡਾਲ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਸਜਣਗੇ। ਔਰ ਅੱਜ ਰਾਤਰੀ ਦਾ ਵਿਸ਼ੇਸ਼ ਸਮਾਗਮ ਇਸ ਅਸਥਾਨ ਤੇ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਹ ਸਮਾਗਮ ਸੋਦਰ ਦੇ ਪਾਠ ਤੋਂ ਲੈ ਕੇ ਰਾਤ 11:30 ਵਜੇ ਤੱਕ ਹੋਵੇਗਾ। ਇਹਦੇ ਪ੍ਰਤੀ ਕੋਈ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਮਾਤਾ ਸਾਹਿਬ ਕੌਰ ਅਸੀਸ ਜੋ ਚੈਰੀਟੇਬਲ ਹੈ ਉਹਨਾਂ ਦੇ ਪ੍ਰਬੰਧਕਾਂ ਪਾਸੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਆਓ ਅਗਲੇ ਸਮੇਂ ਵਾਸਤੇ ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੈ ਕੋਟ ਧਿਆਵੈ ਗੋ। ਸਾਸ ਫਨੀ ਜਪਿਓ ਸ਼ੇਖ ਨਾਗੈ, ਹਰ ਜਪਤਿਆਂ ਅੰਤ ਨਾ ਪਾਵੈ ਗੋ। ਚੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ
ਤੇਹਾ ਹਉ ਕਰੀ ਵਖਿਆ। ਭੈਰੋ ਮਹੱਲਾ ਚੌਥਾ। ਬੋਲ ਹਰ ਨਾਮ ਸਫਲ ਸਾਕਰੀ। ਗੋਰੇ ਉਪਦੇਸ਼ ਸਭ ਦੁਖ ਪਾਰ ਹਰੀ। ਮੇਰੇ ਮਨ ਹਰ ਭਜ ਨਾਮ ਨਰ ਹਰੀ। ਘਰ ਕਿਰਪਾ ਮੇਲੋ ਗੁਰ ਪੂਰਾ। ਸਤ ਸੰਗਤ ਸੰਗ ਸਿੰਧ ਭਉ ਤਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਦਾਨ, ਭਗਤ ਵਛਲ ਜੋਤੀ ਸਵਰੂਪ, ਸਰਵ ਸ਼ਕਤੀਮਾਨ ਮੁਕਤੀ ਦਾਤੇ, ਰੂਹਾਨੀਅਤ ਦੇ ਮੁਜੱਸਮੇ, ਕਲਯੁਗ ਦੇ ਬੋਹਿਤ, ਛਤਰ ਚਵਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਕੀ ਸਾਜੀ ਨਿਵਾਜੀ, ਗੁਰੂ ਕੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ। ਸਮੇਂ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਤੋਂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਸਾਹਿਬਾਂ ਦੇ ਪਾਵਨ ਪਵਿੱਤਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹੋਏ ਗੁਰੂ ਕੇ ਕੀਰਤਨੀਆਂ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਸਰਵਣ ਕੀਤੀ ਹੈ। ਉਪਰੰਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਜੋ ਲੜੀਵਾਰ ਕਥਾ ਵਿਚਾਰ ਵਿਆਖਿਆ ਚੱਲ ਰਹੀ ਹੈ, ਉਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਆਪ ਜੀ ਨੂੰ ਸਰਵਣ ਕਰਵਾਏ ਨੇ। ਆਓ ਸਮੁੱਚੀ ਸਾਧ ਸੰਗਤ ਮਾਈ ਭਾਈ ਗੁਰੂ ਹਜ਼ੂਰ ਸੱਜ ਕੇ ਜਿੱਥੇ ਜਿੱਥੇ ਵੀ ਬੈਠੇ ਹੋ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਦੇ ਵਿੱਚ ਲਵਾਉਣ ਵਾਸਤੇ, ਕਿਉਂਕਿ ਸਿੱਖ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਬੈਠਾ ਹੋਇਆ ਹੈ, ਟਾਈਮ ਟੀਵੀ ਦੇ ਰਾਹੀਂ ਗੁਰੂ ਘਰ ਦੇ ਨਾਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਨਾਲ ਜੁੜ ਬੈਠਾ ਹੈ। ਚਾਹੇ ਸਿੱਖ ਕਰੋੜਾਂ ਕੋਹਾਂ ਤੇ ਵੀ ਕਿਉਂ ਨਾ ਹੋਵੇ, ਪਰ ਜਦੋਂ ਸੁਰਤੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ ਤੇ ਸੁਰਤ ਕਰਕੇ ਸਿੱਖ ਵਿਦੇਸ਼ਾਂ ਵਿੱਚ ਵੀ ਬੈਠਾ ਗੁਰੂ ਘਰ ਦੇ ਨਾਲ ਜੁੜਿਆ ਹੈ। ਜੇ ਸੁਰਤੀ ਨਹੀਂ ਜੁੜੀ ਤੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਗੁਰੂ ਤੋਂ ਦੂਰ ਹੈ। ਆਓ ਸੁਰਤ ਕਰਕੇ ਗੁਰੂ ਹਜ਼ੂਰ ਸਜਣ ਦੀ ਕਿਰਪਾਲਤਾ ਕਰੀਏ। ਪਿਆਰ ਸਤਿਕਾਰ ਜੋ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਸ ਦੀ ਵਿਚਾਰ ਕਹਿਣ ਸੁਣਨ ਦੇ ਵਾਸਤੇ ਰਸਨਾ ਨੂੰ ਪਵਿੱਤਰ ਕਰਨਾ ਹੈ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਜੋ ਰਹਾਉ ਦੀਆਂ ਪੰਕਤੀਆਂ ਸਾਹਿਬਾਂ ਨੇ ਬਖਸ਼ਿਸ਼ ਕੀਤੀਆਂ। ਰਹਾਉ ਦੀਆਂ ਪੰਕਤੀਆਂ ਜੋ ਸ਼ਬਦ ਦਾ ਸਿਧਾਂਤ, ਸ਼ਬਦ ਦਾ ਧੁਰਾ ਹੁੰਦਾ ਹੈ, ਸ਼ਬਦ ਦੀ ਵਿਆਖਿਆ ਰਹਾਉ ਦੀਆਂ ਪੰਕਤੀਆਂ ਦੇ ਦੁਆਲੇ ਘੁੰਮਦੀ ਹੈ। ਆਓ ਜੋ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰਨ ਦੇ ਲਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਮੇਰੇ ਮਨ
पैरो महला चौथा। बोल हर नाम सफल सा करी। गुरु पातशाह जी ने इस पावन पवित्र उपदेश विच रहाओ दीयां पंक्तियां सानू बख्शिश कीतियां ने, जो विद्वानां ने व्याख्याकारां ने इस पावन पवित्र शब्द दी विचार रहाओ दीयां पंक्तियां तो आरंभ कीती है। रहाओ दीयां पंक्तियां ने मेरे मन हर भज नाम नर हरि। ऐ मेरे मन, हे मेरे मन, परमात्मा दा नाम जपिया कर। ਇਹਦਾ भाव है कि ਇਹ ਜਿਹੜਾ जीवन सानू प्राप्त होया है ना, भई प्राप्त मानुख दे हुरिया गोबिंद मिलन के एह तेरी बरिया। एह तेरा अवसर, एह तेरी बार, घट भीतर तू देख विचार। ਇਹ ਤੈਨੂੰ ਸਮਾਂ ਪ੍ਰਾਪਤ ਹੋਇਆ ਤੇ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ ਕਿ ਇਹ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ, ਸਮਾਂ ਮਿਲਿਆ ਹੈ, ਕੀ ਸੰਸਾਰ ਦੇ ਭੋਗਾਂ ਪਦਾਰਥਾਂ ਵਾਸਤੇ ਮਿਲਿਆ ਕਿ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। कि सौ के गवाउण वास्ते है कि खाण पीण दे विच गवाउण वास्ते तैनूं मिलिया। इसलिए मेरे पातशाह जी बख्शिश करते ने, ये मनुखा जन्म बहुत वड्डे भागां करके प्राप्त होया। भाई साहब भाई गुरदास जी दे बड़े प्यारे बचन ने, मानस जन्म दुलंभ, ये मनुखा जन्म दुर्लभ है। जुगे जुगंतर आवे वारी। कई जुगां तो बाद इस जीवन की वारी आई है, क्योंकि 84 लाख गेड़ दे विच मनुख पै जांदा है। और इसलिए गुरुदेव पातशाह जी ने अमृतमय बाणी विच बड़े प्यारे बचन बख्शिश कीते ने कि मानस जन्म दुलंभ गुरमुख पाया। मन तन होए चुलंब जे सतगुर भाया। चले जन्म सवार वखर सच लै। पत पाए दरबार सतगुर शब्द पै। ये मनुखा जन्म बहुत दुर्लभ है। इसीलिए ते कबीर साहब जी ने वे पावन बचन कह दिते, कबीर मानस जन्म दुर्लभ है, होए न बारे बार। जो बन फल पाके पोएंगे रह, बौर न लागे डार। इसने एक बारी प्राप्त होना है, वार वार इस जन्म की प्राप्ति नहीं होनी, क्योंकि दोबारा ते 84 लाख जून भोगण तो बाद मिलेगा। मैं एक विद्वान दे बचन पढ़ रहा सी, उसने बड़ियां प्यारियां कहानियां लिखियां ने, उसने बड़े अपने विचार लिखे हुए ने। आसकर उसनू कहा गया है ते उसने पात्र बनाया ईसा जी नू। हजरत ईसा जी नू पात्र बना के उसने एक कहानी लिखी, पर वो लिखी है सानू कलयुगी जीवां नू समझाउण वास्ते। मेरे साहब भी कहते ने ना, धन धन श्री गुरु ग्रंथ साहिब जी, कि वो गुरु पातशाह जी परथाए साखी महापुरख बोल दे सांझी सगल जहाने। जो सतगुरु पातशाह जी अमृत बचन बोलते ने, साखी कहते ने, वो सारे जगत वास्ते सांझे बचन होंदे ने। ते उस विद्वान ने हजरत ईसा जी नू पात्र बना के एक बड़ी प्यारी साखी लिखी है।
ਕਹਿੰਦੇ ਹਜ਼ਰਤ ਈਸਾ ਜੀ ਜਾ ਰਹੇ ਨੇ ਸੜਕ ਦੇ ਕਿਨਾਰੇ ਕਿਨਾਰੇ ਰਸਤੇ ਤੇ ਜਾ ਰਹੇ ਨੇ। ਕੀ ਦੇਖਿਆ ਕਿ ਰਸਤੇ ਦੇ ਕਿਨਾਰੇ ਤੇ ਇੱਕ ਸ਼ਰਾਬੀ ਇੱਕ ਨਾਲੀ ਵਿੱਚ ਡਿੱਗਾ ਹੋਇਆ, ਗੰਦੀ ਨਾਲੀ ਵਿੱਚ ਡਿੱਗਿਆ ਪਿਆ ਸ਼ਰਾਬੀ ਬੰਦਾ। ਹਜ਼ਰਤ ਈਸਾ ਜੀ ਉਸ ਦੇ ਕੋਲ ਜਾ ਕੇ ਖਲੋ ਕੇ ਕਹਿਣ ਲੱਗੇ, ਓਏ ਭਲਿਆ ਮਾਨਸਾ, ਇਹ ਜਨਮ ਤੈਨੂੰ ਕਿੰਨਾ ਅਮੋਲਕ ਬਣਿਆ ਤੇ ਤੂੰ ਸ਼ਰਾਬੀ ਹੋ ਕੇ ਨਾਲੀ ਵਿੱਚ ਡਿੱਗਿਆ ਪਿਆ ਹੈ। ਉਸਨੇ ਬੇਸੁਰਤੀ ਜੀ ਵਿੱਚ ਆਪਣਾ ਸਿਰ ਚੁੱਕਿਆ ਤੇ ਹਜ਼ਰਤ ਈਸਾ ਜੀ ਵੱਲੇ ਦੇਖ ਕੇ ਕਹਿਣ ਲੱਗਿਆ ਕਿ ਆਪ ਜੀ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਤੇ ਕੋਹੜ ਦਾ ਰੋਗ ਸੀ, ਤੁਸੀਂ ਮੇਰੇ ਵੱਲੇ ਕਿਰਪਾ ਦੀ ਦ੍ਰਿਸ਼ਟੀ ਕੀਤੀ, ਨਜ਼ਰ ਸਵੱਲੀ ਕੀਤੀ, ਮੇਰਾ ਕੋਹੜ ਦਾ ਰੋਗ ਹਟ ਗਿਆ ਤੇ ਹੁਣ ਮੈਂ ਸ਼ਰਾਬ ਨਾ ਪੀਵਾਂ ਤੇ ਕੀ ਕਰਾਂ। ਹਜ਼ਰਤ ਅੱਗੇ ਚਲੇ ਗਏ, ਈਸਾ ਜੀ ਅੱਗੇ ਗਏ ਨੇ। ਇੱਕ ਨੌਜਵਾਨ ਵੇਸਵਾਵਾਂ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ਉਸ ਨੂੰ ਆਵਾਜ਼ ਦਿੱਤੀ ਹਜ਼ਰਤ ਈਸਾ ਜੀ ਨੇ, ਭਲਿਆ ਮਨੁੱਖਾ, ਇਹ ਜੀਵਨ ਤੈਨੂੰ ਪ੍ਰਮਾਤਮਾ ਨੇ ਬਹੁਤ ਵੱਡੇ ਭਾਗਾਂ ਕਰਕੇ ਬਖਸ਼ਿਸ਼ ਕੀਤਾ ਹੈ ਤੇ ਤੂੰ ਨਰਕਾਂ ਦੇ ਵਿੱਚ ਜਾ ਰਿਹਾ ਹੈ, ਕੁੰਭੀ ਨਰਕ ਵਿੱਚ ਪੈ ਰਿਹਾ ਹੈ। ਉਸਨੇ ਕਿਹਾ, ਹਜ਼ਰਤ ਜੀ ਤੁਸੀਂ ਤੇ ਮੇਰੇ ਤੇ ਕਿਰਪਾ ਕੀਤੀ, ਮੈਂ ਤੇ ਅੰਨਾ ਸੀ, ਮੈਨੂੰ ਤੁਸੀਂ ਅੱਖਾਂ ਦੇ ਦਿੱਤੀਆਂ ਤੇ ਮੈਂ ਹੁਣ ਵੇਸਵਾ ਦੇ ਦੁਆਰੇ ਨਾ ਜਾਵਾਂ ਤੇ ਕੀ ਕਰਾਂ। ਹਜ਼ਰਤ ਜੀ ਅੱਗੇ ਚਲੇ ਗਏ। ਅੱਗੇ ਗਏ ਤੇ ਕਹਿੰਦੇ ਇੱਕ ਮਨੁੱਖ ਬੜੀਆਂ ਚੀਕਾਂ ਮਾਰ ਰਿਹਾ, ਜ਼ੋਰ ਜ਼ੋਰ ਦੀ ਚਲਾ ਰਿਹਾ, ਚੀਕ ਰਿਹਾ ਹੈ। ਹਜ਼ਰਤ ਸਾਹਿਬ ਉਸ ਨੂੰ ਕਹਿੰਦੇ ਵੀ ਤੈਨੂੰ ਕੀ ਹੋ ਗਿਆ, ਤੂੰ ਕਿਉਂ ਚਲਾ ਰਿਹਾ ਹੈ, ਕਿਉਂ ਚੀਕਾਂ ਮਾਰ ਰਿਹਾ ਹੈ। ਕਹਿੰਦੇ ਹਜ਼ਰਤ ਸਾਹਿਬ ਤੁਸੀਂ ਤੇ ਮੈਨੂੰ ਜ਼ਿੰਦਗੀ ਬਖਸ਼ੀ ਹੈ, ਮੈਂ ਤੇ ਮਰ ਰਿਹਾ ਸੀ ਤੇ ਉਸ ਖੁਸ਼ੀ ਵਿੱਚ ਮੈਂ ਚੀਕਾਂ ਮਾਰ ਰਿਹਾ ਹਾਂ। ਗੁਰੂ ਕੇ ਸਿੱਖੋ, ਸਾਡੀ ਵੀ ਅੱਜ ਇਹ ਹਾਲਤ ਹੋ ਰਹੀ ਹੈ। ਜਿਸ ਗੁਰੂ ਨੇ ਸਾਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਸਭ ਤੋਂ ਵੱਡੀ ਬਖਸ਼ਿਸ਼ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਸਾਨੂੰ ਗੁਰਮਤ ਵਾਲੇ ਮਾਤਾ ਪਿਤਾ ਪ੍ਰਾਪਤ ਹੋਏ ਨੇ। ਉਸ ਤੋਂ ਵੱਡੀ ਬਖਸ਼ਿਸ਼ ਸਾਨੂੰ ਤੰਦਰੁਸਤੀ ਪ੍ਰਾਪਤ ਹੋਈ ਹੈ ਤੇ ਅਸੀਂ ਮਨੁੱਖਾ ਜਨਮ ਲੈ ਕੇ ਤੰਦਰੁਸਤੀ ਲੈ ਕੇ ਕੀ ਕਰ ਰਹੇ ਹਾਂ, ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਹਾਂ। ਕੋਈ ਐਸ ਇਸ਼ਰਤ ਵਿੱਚ ਖੁੱਭਿਆ ਹੋਇਆ ਹੈ, ਕੋਈ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਲੱਗਿਆ ਹੋਇਆ ਹੈ। ਇਸ ਜੀਵਨ ਨੂੰ ਜਿਹੜਾ ਬਹੁਤ ਵੱਡੇ ਭਾਗਾਂ ਨਾਲ ਪ੍ਰਾਪਤ ਹੋਇਆ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਸਾਡੇ ਤੇ ਬਖਸ਼ਿਸ਼ ਕੀਤੀ। ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਜਿਸ ਮਾਲਕ ਨੇ ਤੈਨੂੰ ਅਰੋਗਤਾ ਦਿੱਤੀ, ਸੋਨੇ ਵਰਗਾ ਤੈਨੂੰ ਜੀਵਨ ਬਖਸ਼ਿਸ਼ ਕੀਤਾ, ਸੁੰਦਰ ਦੇਹੀ ਬਖਸ਼ਿਸ਼ ਕੀਤੀ ਤੇ ਤੂੰ ਨਸ਼ਿਆਂ ਵਿੱਚ ਗਲਤਾਨ ਹੋਵੇਂ, ਤੂੰ ਸਿਨਮਿਆਂ ਤੇ ਕਲੱਬਾਂ ਵਿੱਚ ਜਾਵੇਂ, ਤੂੰ ਵੇਸਵਾ ਗਾਮੀ ਬਣ ਜਾਵੇਂ। ਓਏ ਭਲਿਆ ਮਾਲਕ ਤੇ ਤੈਨੂੰ ਕਹਿੰਦੇ ਨੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਜਿਸ ਮਾਲਕ ਨੇ ਤੈਨੂੰ ਸੁੰਦਰ ਕੰਚਨ ਵਰਗੀ ਦੇ ਦਿੱਤੀ ਹੈ, ਭਲਿਆ ਉਸ ਨੂੰ ਆਪਣੇ ਮਨ ਵਿੱਚ ਜਪਿਆ ਕਰ, ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ। ਚੰਗੇ ਬਸਤਰ ਪਾਉਣੇ ਤਾਂ ਵੀ ਉਸ ਨੂੰ ਯਾਦ ਕਰ। ਜੇ ਪ੍ਰਸਾਦ ਪਾਟ ਪਟੰਬਰ ਹੰਡਾਵਹਿ, ਤਿਸ ਕੋ ਸਿਮਰਤ ਪਰਮਗਤ ਪਾਵਹਿ, ਤੇ ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜਦੋਂ ਆਪਣੀ ਕੋਠੀ ਦੇ ਦਰਵਾਜ਼ੇ ਵਿੱਚ ਪਹੁੰਚ ਜਾਣਾ ਹੈ ਨਾ, ਜਦੋਂ ਘਰ ਦੇ ਦਰਵਾਜ਼ੇ ਵਿੱਚ ਪਹੁੰਚ ਜਾਣਾ ਹੈ, ਉਦੋਂ ਉਹਦਾ ਸ਼ੁਕਰਾਨਾ ਕਰਿਆ ਕਰ। ਸਾਹਿਬ, ਇਹ ਮਹਿਲ ਮਕਾਨ, ਇਹ ਮਾੜੀਆਂ ਤੁਸੀਂ ਬਖਸ਼ਿਸ਼ ਕੀਤੀਆਂ ਨੇ, ਬਸਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਮੇਰੇ ਮਨ ਵਿੱਚ ਵੀ ਵਸ ਜਾਓ, ਮੇਰੇ ਮਨ ਵਿੱਚ ਵੀ ਤੇਰਾ ਵਾਸਾ ਹੋ ਜਾਏ। ਪਰ ਅਸੀਂ ਉਸ ਮਾਲਕ ਦੀਆਂ ਦਿੱਤੀਆਂ ਦਾਤਾਂ ਨੂੰ ਭੁਲਾ ਕੇ ਸੰਸਾਰ ਦੇ ਪਦਾਰਥਾਂ ਵਿੱਚ ਖੱਚਤ ਹੋ ਗਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਉਹ ਦਾਤਾਂ ਦੇਣ ਵਾਲਾ ਸਾਨੂੰ ਭੁੱਲ ਗਿਆ ਤੇ ਜਿਸ ਦੀਆਂ ਦਾਤਾਂ ਨੇ ਉਹ ਦਾਤਾਂ ਯਾਦ ਰਹਿ ਗਈਆਂ। ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਕਿਉਂਕਿ ਇਸ ਜੀਵਨ ਦੇ ਰਹਿਣਾ ਤੇ ਹਮੇਸ਼ਾ ਵਾਸਤੇ ਨਹੀਂ ਹੈ। ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ।
कबीर एहो तन जाएगा, कवनै मार्ग लाए। इस तन ने चले जाना है, किस मार्ग रस्ते ते लाइए इस नूं। ते साहब कहंदे कै संगत कर साध की, कै हर के गुण गाए। ਜਾਂ ਤਾਂ ਇਹ ਜਿਹੜੀ ਸਾਧ ਸੰਗਤ ਤੁਸੀਂ ਕਰ ਰਹੇ ਹੋ, ਸੰਗਤ ਦੇ ਵਿੱਚ ਆਉਂਦੇ ਹੋ, ਸੰਗਤ ਦੀ ਬੜੀ ਮਹਾਨਤਾ ਦਰਸਾਈ ਸ਼ਬਦ ਦੇ ਵਿੱਚ। ਇਹ ਜਿਹੜੀ ਸੰਗਤ ਵਿੱਚ ਤੁਸੀਂ ਸੱਜ ਬੈਠੇ ਹੋ, ਕਹਿ ਹਰ ਕੇ ਗੁਣ ਗਾਏ। ਤੇ ਜੇ ਸੰਗਤ ਵਿੱਚ ਨਹੀਂ ਨਾ ਆ ਸਕਿਆ ਤੇ ਫਿਰ ਪਰਮਾਤਮਾ ਦੇ ਗੁਣ ਗਾਇਨ ਕਰ। ਦੁਕਾਨ ਤੇ ਵੀ ਬੈਠਾ ਗਾ ਸਕਦਾ ਹੈ, ਘਰ ਵਿੱਚ ਬੈਠਾ ਵੀ ਗਾ ਸਕਦਾ ਹੈ, ਡਰਾਈਵ ਕਰਦਿਆਂ ਵੀ ਤੂੰ ਗਾ ਸਕਦਾ ਹੈ, ਤੁਰਦਿਆਂ ਫਿਰਦਿਆਂ ਵੀ ਗਾ ਸਕਦਾ ਹੈ। ਇਹ ਗੁਰੂ ਨੇ ਤੇ ਸਾਡੇ ਤੇ ਬਖਸ਼ਿਸ਼ ਕਰ ਦਿੱਤੀ। ਸਿੱਖਾਂ ਨਿਤਨੇਮ ਯਾਦ ਕਰ ਲੈ ਜ਼ੁਬਾਨੀ, ਨਿਤਨੇਮ ਦੀ ਬਾਣੀ ਜ਼ੁਬਾਨੀ ਕੰਠ ਕਰ, ਨਾਲੇ ਅੰਮ੍ਰਿਤ ਵੇਲੇ ਸੈਰ ਕਰ ਲੈ, ਨਾਲੇ ਨਿਤਨੇਮ ਹੋ ਜਾਏਗਾ। ਇਹ ਘੰਟੇ ਵਿੱਚ ਨਿਤਨੇਮ ਹੋ ਜਾਂਦਾ ਹੈ ਅੰਮ੍ਰਿਤ ਵੇਲੇ ਦਾ। ਤੇ ਡਾਕਟਰ ਕਹਿੰਦੇ ਵੀ ਘੰਟਾ ਸੈਰ ਵੀ ਕਰਨੀ ਚਾਹੀਦੀ ਹੈ, ਜ਼ਰੂਰੀ ਹੈ ਸਰੀਰ ਵਾਸਤੇ। ਕੈਸੀ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕਰ ਦਿੱਤੀ। ਪਰ ਅਸੀਂ ਨਾ ਗੁਰੂ ਦਾ ਉਪਦੇਸ਼ ਭੁੱਲ ਕੇ ਆਪਣੇ ਮਨ ਦੇ ਮਰਜ਼ੀ ਦੇ ਅਨੁਸਾਰ ਚੱਲਣ ਦਾ ਯਤਨ ਕਰਦੇ ਹਾਂ। ਫਿਰ ਸਾਨੂੰ ਕਰਨਾ ਕੀ ਚਾਹੀਦਾ ਹੈ? ਤੇ ਉਹ ਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਘਰ ਕਿਰਪਾ ਮੇਲੋ ਗੁਰ ਪੂਰਾ, ਸਤ ਸੰਗਤ ਸੰਗ ਸਿੰਧ ਭਉ ਤਰੀ। ਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਮੇਰੇ ਮਨ, ਇਹ ਸੰਬੋਧਨ ਵਾਚਕ ਸ਼ਬਦ ਹੈ। ਮੇਰੇ ਮਨ, ਹਰੀ ਪਰਮਾਤਮਾ ਦਾ ਨਾਮ ਜਪ। ਕਿਹੜੇ ਪਰਮਾਤਮਾ ਦਾ ਨਾਮ ਜਪਣਾ? ਕੱਲ ਵੀ ਬੇਨਤੀ ਕੀਤੀ ਸੀ, ਆਪਣੇ ਆਪ ਨੂੰ ਬਹੁਤ ਸਾਰੇ ਗੁਰੂ ਕਹਾਉਂਦੇ ਨੇ ਤੇ ਗੁਰੂ ਕਹਾਉਣ ਵਾਲਿਆਂ ਦੇ ਪਾਸ ਕੁਝ ਵੀ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਬਿਨ ਗੁਣ ਗੁਰੂ ਸਦਾਏ ਦਾ, ਕੌਣ ਕਰੇ ਆਦੇਸ਼। ਬਿਨਾਂ ਗੁਰੂ ਗੁਣਾ ਤੋਂ ਆਪਣੇ ਆਪ ਨੂੰ ਗੁਰੂ ਕਹਾਉਂਦਾ, ਕੌਣ ਤੈਨੂੰ ਨਮਸਕਾਰ ਕਰੇ। ਤੇਰੇ ਵਿੱਚ ਤੇ ਗੁਰੂ ਵਾਲੇ ਗੁਣ ਹੀ ਨਹੀਂ ਹੈ। ਭੇਡਾਂ ਪੁੱਛਲ ਲੱਗੀ ਹੈ, ਕਿਉਂ ਪਾਰ ਲੰਘਾਈ ਹੈ। ਅਗਰ ਕੋਈ ਮਨੁੱਖ ਇਹ ਚਾਹਵੇ ਕਿ ਮੈਂ ਕਿਸੇ ਨਦੀ ਤੋਂ ਪਾਰ ਹੋਣਾ ਤੇ ਉਹ ਭੇਡ ਦੀ ਪੂਛ ਫੜ ਕੇ ਪਾਰ ਕਰਨਾ ਹੋਣਾ ਚਾਹਵੇ, ਨਹੀਂ ਹੋ ਸਕੇਗਾ। ਮਿਰਤਕ ਨਾਲ ਵਿਸਾਹੀਐ ਸੁਹਾਗ ਨਾ ਥੀਐ। ਅਗਰ ਕੋਈ ਲੜਕੀ ਮਿਰਤਕ ਦੇ ਨਾਲ ਆਪਣਾ ਵਿਵਾਹ ਕਰਵਾ ਲਵੇ, ਸੁਹਾਗ ਨਹੀਂ ਹੋ ਸਕਦੀ। ਖੈਰ ਸਮਾਂ ਨਹੀਂ ਕਿ ਬਹੁਤਾ ਵਿਸਤਾਰ ਕਰਾਂ। ਗੁਰੂ ਜਿਸ ਦੇ ਕੋਲ ਗੁਣ ਨਹੀਂ ਹਨ, ਸਾਹਿਬ ਜੀ ਤੇ ਕਹਿੰਦੇ, ਨਾਨਕ ਤੇ ਨਾਰੇ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਬਿਨਾਂ ਗੁਣਾ ਤੋਂ ਹੰਕਾਰ ਕਰਦਾ ਤੇ ਸਾਹਿਬ ਕਹਿੰਦੇ ਉਹ ਅਸਲ ਖੋਤਾ ਹੈ। ਅਸਲ ਖੋਤੇ ਦੀ ਨਿਆਈ ਹੈ। ਨਰ ਹਰੀ, ਜੋ ਨਰਾਂ ਦਾ ਹਰੀ ਹੈ। ਹਰੀ ਨਾਮ ਸ਼ੇਰ ਦਾ, ਸ਼ੇਰ ਨਾਮ ਸਿੰਘ ਦਾ ਹੈ। ਤੇ ਜੋ ਪਰਮਾਤਮਾ ਸਾਰੇ ਨਰਾਂ ਦੇ ਵਿੱਚ ਸਮਾਇਆ ਹੋਇਆ ਹੈ। ਨਰ ਹਰੀ ਜੋ ਪਰਮਾਤਮਾ ਹੈ, ਪਰਮੇਸ਼ਰ ਹੈ। ਨਰ ਸਿੰਘ ਰੂਪ ਹੋਏ ਤੇ ਧਰਿਓ। ਆਪ ਜੀ ਪੜ੍ਹਦੇ ਹੋ ਨਾ ਭਗਤ ਜੀ ਦੀ ਬਾਣੀ, ਗੁਰਦਾਸ ਜੀ ਦੀ ਬਾਣੀ। ਨਰ ਸਿੰਘ ਰੂਪ ਵੀ ਆਇਆ ਹੈ ਪਰਮਾਤਮਾ ਦਾ। ਇਸ ਕਰਕੇ ਜੋ ਕਹਿੰਦੇ ਪਰਮਾਤਮਾ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਨਾਮ ਜਪਿਆ ਕਰ, ਕਿਉਂਕਿ ਤੂੰ ਆਇਆ ਹੀ ਜਪਣ ਵਾਸਤੇ ਹੈ। ਤੂੰ ਆਇਆ ਹੀ ਸੰਸਾਰ ਦੇ ਉੱਤੇ ਨਾਮ ਦਾ ਲਾਹਾ ਲੈਣ ਵਾਸਤੇ ਹੈ। ਇਸ ਲਈ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਘਰ ਕਿਰਪਾ ਮੇਲੋ ਗੁਰ ਪੂਰਾ, ਸਤ ਸੰਗਤ ਸੰਗ ਸਿੰਧ ਭਉ ਤਰੀ। ਤੇ ਬੇਨਤੀ ਕਰ, ਰਾਮ ਜਪ ਕੇ ਨਾ ਅਰਦਾਸ ਕਰ, ਬੇਨਤੀ ਕਰ। ਬੇਨਤੀ ਕਰਾਂ, ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ। ਨਿਤਨੇਮ ਕਰਕੇ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ। ਅਰਦਾਸ ਦੇ ਸ਼ਬਦ ਬਿਲਕੁਲ ਸੀਮਤ ਵਰਤਨੇ ਚਾਹੀਦੇ ਨੇ ਤਾਂ ਕਿ ਇਕਾਗਰਤਾ ਬਣੀ ਰਹੇ
ਤੇ ਪਾਤਸ਼ਾਹ ਕਹਿੰਦੇ ਕਰ ਕਿਰਪਾ ਮੇਲੋ ਗੁਰਪੂਰਾ। हे मेरे मालिक, ऐ मेरे स्वामी सतगुरु पातशाह जी, किरपा कर बख्शिश कर। ते जिस दे उत्ते गुरु बख्शिश कर देंदा है ना रहमत कर देंदा है, उस नूं पूरे गुरु दा मिलाप हो जांदा है, उस नूं पूरा गुरु मिल जांदा है। फिर की हुंदा जदों पूरा गुरु मिल जाए? सत संगत संग सिंध भौ तरी। सत संगत दे नाल मिल के, ए जिहड़ी सत संगत है ना, इकट्ठ दा नाम संगत ने, सत संगत नहीं है। इकट्ठ ते लीडरां दे बहुत वड्डे वड्डे हो जांदे ने, हज़ारां नहीं लखां दी गिनती विच इकट्ठ कर लैंदे ने। लच्चर गीत गाने गाउण वालियां दे बहुत वड्डे इकट्ठ हो जांदे ने। कि इकट्ठ नूं संगत कहांगे? नहीं। मेरे साहिबां ने संगत दी डेफिनेशन भी सानू समझाई है। सत संगत कैसी जानी है? सत संगत कैसी जानी है? जिथे एको नाम वखाणी है, जिथे केवल एक परमात्मा दा नाम कथन किया जाए, केवल एक परमात्मा दा नाम सुनाई देवे, जिथे नाम तो बिना कोई होर गल ही ना होवे। इस करके बेनती करदे हां, जितनी भी गुरु की प्यारी संगत सजी हो ना गुरु की हजूरी विच, समझो कि तुहाडे बहुत वड्डे भाग ने, बहुत गुरु की बख्शिश है तुहाडे ते, ताही तुही संगत विच आए हो। नहीं तो गुआंढ विच बैठा भी गुरु की हजूरी विच नहीं आ सकता। कई बारी ऐसे भी प्यारे मिल जाते ने, जे मैनू ते 10 साल हो गए मैं दरबार साहब गया ही नहीं है, इन्ने इन्ने साल हो गए दरबार साहब नहीं आए, बंगला साहब नहीं आए, सीसगंज साहब नहीं आए। ते जिहड़े आउंदे ने ओदी बख्शिश करके आउंदे ने, क्योंकि ते चरण पुनीत पवित्र है मेरी जिंदड़ीए, जो मार्ग धर्म चलेसै राम। जिहड़े मार्ग दे रस्ते ते चलदे ने ओ चरण पवित्र ने। कलयुग दा समय ते भाई साहब भाई गुरदास जी बड़े प्यारे बचन कहते ने कि जिस तरह मनुख पराई निंदिया चुगली सुनने वास्ते बड़ा चौतन हुंदा है, सावधान हुंदा है ना, गुरु का शब्द सुनने वास्ते अवेसलापन कर जाता है। सानू कई बारी संगत विच बैठिया भी अबासियां आउंदियां ने, अवेसलापन हो जाता है। असी एक दूसरे नाल गल्लां करते हैं। नहीं भाई, ऐं सज जाओ जिवें गुरु की हजूरी विच देवते बैठे ने। सतगुरु निरंकार जी प्रकाशमान ने, देवतियां स्वरूप बैठ जाओ। गुरु के सिख नूं ते देवतियां तो भी वड्डी उपाधि दिती है, क्योंकि देवतियां विच असहता अखैता ईरखा वगैरह हुंदी है। ते गुरु के सिख जदों सत संगत विच बैठदे ने ना, उदों सब मेर तेर खत्म हो जाती है। बिसर गई सब तात पराई, सारी पराई तात ही विसर जाती। कदों? जब ते साध संगत मोह पाई, ना कोई बैरी नहीं बिगाना, सगल संग हमको बन आई। इत्थे कदे किसी ने पूछा भी तू हिंदू है, भाई तू मुसलमान क्यों बैठा है, ईसाई क्यों बैठा है? नहीं, इत्थे गुरु की संगत बन जाती है। इत्थे जेड़े भी आउंदे ने गुरु की संगत करके जाने जाते ने। गुरु ने किड्डियां बख्शिश कीतियां ते जुड़ना है आके। इत्थे ते आके ना असी जुड़ जाना है संगत दे विच, आपा त्याग देना है, हौमे नूं त्याग देना है। तुसी घरां विच आउंदे हो ना, ते घरां विचों आके जदों तुसी गुरु घर च प्रवेश करना, उस तो पहलों अपनियां जुत्तियां बाहर उतार के आउंदे हो। ते जदों बाहर उतार दिओ जुत्तियां, किसी ने किसी तरह की जुत्ती पहनी है, किसी ने किसी तरह की जुत्ती पहनी है, पर जदों तुसी उत्थे लिया के रख देंदे हो तो उसनूं असीं जोड़ा कर कहने आ। जुत्ती घर तो नहीं ना कहंदे, उसनूं जोड़ा कर कहने आ। साडियां जुत्तियां गुरु घर दे जोड़े घर विच आके जोड़े बन जांदियां ने। ते सिख जदों संगत विच आउंदा गुरु दे नाल जुड़ जांदा है।
ਉਦੋਂ ਸਾਰੀ ਮੇਰ ਤੇਰ ਖਤਮ ਹੋ ਜਾਂਦੀ ਹੈ, ਹਉਮੈ ਦੀ ਮਿੱਟੀ ਬਾਹਰ ਰਹਿ ਜਾਂਦੀ ਹੈ। ਇਸੇ ਲਈ ਤੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਨਾਲ ਨਹੀਂ ਕਿਸੇ ਨੂੰ ਲੈ ਕੇ ਤੁਰਨਾ, ਕਿ ਅਸੀਂ ਆਪਣੀ ਧਰਮ ਪਤਨੀ ਨੂੰ ਨਾਲ ਲੈ ਕੇ ਨਹੀਂ ਜਾਣਾ, ਬੱਚਿਆਂ ਨੂੰ ਨਾਲ ਲੈ ਕੇ ਨਹੀਂ ਜਾਣਾ, ਗੁਆਂਢੀਆਂ ਨੂੰ ਨਾਲ ਲੈ ਕੇ ਨਹੀਂ ਜਾਣਾ, ਨਹੀਂ ਲੈ ਕੇ ਆਉਣਾ ਹੈ। ਫਿਰ ਕਬੀਰ ਸਾਹਿਬ ਜੀ ਕਹਿੰਦੇ ਸਾਥ ਨਾ ਲੀਜੈ ਕੋਏ। ਹੰਗਤਾ ਮਮਤਾ ਦੇ ਅਧਿਆਸ ਯਾਦ ਰੱਖਣਾ, ਹੰਗਤਾ ਮਮਤਾ ਦੇ ਅਧਿਆਸ, ਹਉਮੈ ਹੰਕਾਰ ਨੂੰ ਨਾਲ ਲੈ ਕੇ ਨਹੀਂ ਆਉਣਾ। ਇਹ ਬਾਹਰ ਜੋੜੇ ਘਰ ਵਿੱਚ ਹੀ ਛੱਡ ਆਉਣਾ ਹੈ, ਉੱਥੇ ਤਿਆਗ ਦੇਣਾ ਇਸ ਨੂੰ। ਇੱਥੇ ਤੇ ਆ ਕੇ ਗੁਰੂ ਕੀ ਸੰਗਤ ਬਣ ਜਾਣਾ ਹੈ। ਗੁਰੂ ਕੀ ਜਦੋਂ ਸੰਗਤ ਬਣਦੇ ਆ ਨਾ, ਫਿਰ ਗੁਰੂ ਸਾਨੂੰ ਪ੍ਰਤੱਖ ਸਰੂਪ ਨਜ਼ਰ ਆਉਂਦਾ ਹੈ। ਫਿਰ ਸਾਨੂੰ ਕੋਈ ਮੇਰ ਤੇਰ ਨਜ਼ਰ ਨਹੀਂ ਆਉਂਦੀ, ਕੋਈ ਹਿੰਦੂ ਸਿੱਖ ਮੁਸਲਮ ਨਜ਼ਰ ਨਹੀਂ ਆਉਂਦਾ। ਫਿਰ ਜਿੱਥੇ ਦੇਖਾਂ ਤਿੱਥੇ ਤੂੰ ਹੀ, ਅਵਰ ਨ ਕੋਈ ਦਿਸਦਾ, ਗੋਆ ਕਹੇ ਸੰਸਾਰ ਦੇ ਅੰਦਰ, ਹੋਰ ਨਾ ਦੂਜਾ ਦਿਸਦਾ। ਕੋਈ ਹੋਰ ਦਿਸਦਾ ਹੀ ਨਹੀਂ ਹੈ, ਜਿਸ ਨੂੰ ਮੈਂ ਦੇਖਦਾ ਤੇਰਾ ਨਜ਼ਰ ਹੀ ਆਉਂਦੀ ਆ। ਭਾਈ ਕਨ੍ਹਈਆ ਜੀ ਨੇ ਤੇ ਵੀ ਇਹੀ ਵਚਨ ਕਹੇ ਨੇ, ਮੇਰੇ ਸਾਹਿਬ ਜਿੱਥੇ ਵੀ ਜਿਸ ਮੁਖ ਵਿੱਚ ਵੀ ਪਾਣੀ ਪਾਉਣਾ, ਮੈਨੂੰ ਤੇਰਾ ਮੁਖ ਦਰਸਦਾ, ਤੇਰਾ ਮੁਖ ਨਜ਼ਰ ਆਉਂਦਾ ਹੈ। ਸਿੱਖਾ ਤੇਰੀ ਬਿਰਤੀ ਬਣ ਜਾਏ ਕਿ ਜਿਸ ਨੂੰ ਵੀ ਤੂੰ ਦੇਖੇ ਤੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਣ, ਤੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਣ, ਤੈਨੂੰ 10 ਗੁਰੂ ਸਾਹਿਬਾਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਣ, ਤੇਰੇ ਮਨ ਵਿੱਚ ਦਵੈਤ ਆਵੇ ਹੀ ਨਾ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਲਣਾ ਹੈ ਗੁਰੂ ਨੇ। ਤੂੰ ਬੇਨਤੀ ਕਰਨੀ ਅਰਦਾਸ ਜੋਦੜੀ ਕਰ ਕਿ ਪਾਤਸ਼ਾਹ ਜੀ ਪੂਰਾ ਗੁਰੂ ਮਿਲਾ ਦੇ ਉੱਤੇ। ਗੁਰੂ ਕਿਰਪਾ ਕਰਕੇ ਪੂਰੇ ਗੁਰੂ ਦਾ ਮਿਲਾਪ ਬਖਸ਼ਿਸ਼ ਕਰ ਦਿੰਦਾ ਹੈ। ਕਦੋਂ? ਜਦੋਂ ਸਤ ਸੰਗਤ ਨਾਲ ਮਿਲ ਕੇ, ਸਤ ਸੰਗਤ ਵਿੱਚ ਆ ਕੇ, ਸੰਗ ਦੇ ਵਿੱਚ ਸਿਹਾਰੀ ਹੈ, ਸਤ ਸੰਗਤ ਦੇ ਤੱਤੇ ਦੀ ਵੀ ਸਿਹਾਰੀ ਹੈ, ਸੰਗ ਦੇ ਗੱਗੇ ਦੇ ਵੀ ਸਿਹਾਰੀ ਹੈ। ਸਤ ਸੰਗਤ ਵਿੱਚ ਆ ਕੇ ਕੀ ਹੁੰਦਾ ਹੈ? ਸਿੰਧ ਭਉ ਤਰੀ। ਇਹ ਜਿਹੜਾ ਸਿੰਧ ਸੰਸਾਰ ਸਮੁੰਦਰ ਹੈ ਨਾ, ਸਿੰਧ ਸਮੁੰਦਰ ਨੂੰ ਕਿਹਾ ਗਿਆ ਹੈ। ਸਮੁੰਦਰ ਦੇ ਅਨੇਕਾਂ ਨਾਮ ਨੇ, ਸਮਾਂ ਨਹੀਂ ਹੈ। ਇਹ ਸੰਸਾਰ ਵੀ ਇੱਕ ਸਮੁੰਦਰ ਹੈ ਤੇ ਸੰਸਾਰ ਰੂਪੀ ਸਮੁੰਦਰ ਤੋਂ ਤਰੀ ਤਰ ਜਾਈਦਾ ਹੈ। ਰਹਾਉ ਬੋਲ ਹਰ ਨਾਮ ਸਫਲ ਸਾ ਕਰੀ। ਇਸ ਲਈ ਐ ਭਾਈ ਬੋਲ ਹਰ ਨਾਮ, ਮਨ ਰਾਮ ਬੋਲ, ਰਾਮ ਬੋਲ। ਐ ਮੇਰੇ ਮਨ ਪਰਮਾਤਮਾ ਦੇ ਨਾਮ ਨੂੰ ਬੋਲ, ਪਰਮੇਸ਼ਰਮ ਦੇ ਨਾਮ ਨੂੰ ਜਪਣਾ ਕਰ। ਤੇ ਜਦੋਂ ਤੂੰ ਬੋਲੇਗਾ ਬੋਲ ਹਰ ਨਾਮ ਸਫਲ ਸਾ ਘਰੀ, ਉਹ ਤੇਰੀ ਘੜੀ ਸਫਲ ਹੋ ਜਾਏਗੀ। ਆਮ ਇੱਕ ਆਪਾਂ ਸਧਾਰਨ ਜੀ ਕਈ ਵਾਰੀ ਬਚਨ ਕਹਿੰਦੇ ਨਾ, ਸਾਈ ਘੱਲਣੀ ਸੁਲੱਖਣੀ ਸ਼ੌ ਨਾਲ ਵਿਹਾਵੇ। ਪਰ ਜਿਹੜੀ ਮਾਲਕ ਦੇ ਨਾਲ ਜੁੜ ਕੇ ਬਤੀਤ ਹੋ ਜਾਏ ਨਾ, ਉਹ ਘੜੀ ਸੁਲੱਖਣੀ ਹੈ। ਤੇ ਘੜੀ ਦਾ ਸਮਾਂ ਕਿੰਨਾ ਕੁ ਹੁੰਦਾ ਹੈ? 60 ਪਲਾਂ ਦੀ ਇੱਕ ਘੜੀ ਹੁੰਦੀ ਹੈ। ਅੱਖ ਦੇ ਝਮਕਣ ਜਿੰਨਾ ਸਮਾਂ ਇੱਕ ਪਲ ਹੁੰਦਾ ਹੈ। ਕਿੰਨਾ ਕੁ ਸਮਾਂ ਲੱਗਦਾ ਹੈ? ਜਾਂ ਕਹਿ ਲਓ ਵਿਦਵਾਨਾਂ ਨੇ ਇਹ ਬਚਨ ਕਿਹਾ ਕਿ ਜਦੋਂ ਅਸੀਂ ਬੇਰੀ ਦੇ ਪੱਤੇ ਵਿੱਚ ਦੀ ਸੂਈ ਦਾ ਨੱਕਾ ਕੱਢਦੇ ਹਾਂ ਤੇ ਇੱਕ ਪਲ ਹੋ ਜਾਂਦਾ ਹੈ। ਅੱਖ ਦੇ ਝਮਕਣ ਜਿੰਨਾ ਸਮਾਂ ਇੱਕ ਪਲ ਹੋ ਜਾਂਦਾ ਹੈ। ਤੇ 60 ਪਲਾਂ ਦੀ ਇੱਕ ਘੜੀ ਹੁੰਦੀ ਹੈ। ਕਿੰਨਾ ਕੁ ਸਮਾਂ ਲੱਗਦਾ ਹੈ? ਬਿਲਕੁਲ ਥੋੜਾ ਸਮਾਂ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਫੁਨ ਆਦ। ਕੱਲ ਵੀ ਬੇਨਤੀ ਕੀਤੀ ਸੀ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਉਹ ਘੜੀ ਵੀ ਤੇਰੀ ਸਫਲ ਹੋ ਜਾਏਗੀ। ਵੇਖੋ ਸਤਿਗੁਰਾਂ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ। ਭਈ ਤੇਰਾ ਇੰਨਾ ਕਿ ਜਿਹੜਾ ਸਮਾਂ ਹੈ ਨਾ, ਉਹ ਵੀ ਤੇਰਾ ਅਜਾਈ ਨਹੀਂ ਜਾਏਗਾ,
ਉਹ ਵੀ ਤੇਰਾ ਸਫਲ ਹੋ ਜਾਏਗਾ, ਭਾਵ ਕਿ ਤੇਰਾ ਇੱਕ ਇੱਕ ਸਵਾਸ ਸਫਲ ਹੋ ਜਾਏਗਾ। ਤੇ ਜਿਹੜਾ ਇੱਕ ਇੱਕ ਸਵਾਸ ਹੈ ਨਾ ਸਾਡਾ, ਉਹ ਗੁਰੂ ਦੇ ਲੇਖੇ ਵਿੱਚ ਲੱਗ ਜਾਏਗਾ। ਤੇ ਜੇ ਅਸੀਂ ਨਾ ਸੰਗਤ ਕੀਤੀ, ਨਾ ਸਿਮਰਨ ਕੀਤਾ, ਨਾ ਨਿਤਨੇਮ ਕੀਤਾ, ਨਾ ਸੇਵਾ ਕੀਤੀ, ਨਾ ਪਰਉਪਕਾਰ ਕੀਤਾ, ਫਿਰ ਇਹ ਜਿਹੜੇ ਸਫਲ ਨੇ ਨਾ ਆਪਣੇ ਸਵਾਸ ਨੇ ਨਾ, ਇਹ ਸਫਲ ਨਹੀਂ ਹੋਣਗੇ। ਮਹਾਕਵੀ ਸੰਤੋਖ ਸਿੰਘ ਜੀ ਨੇ ਇੱਕ ਬਚਨ ਕਿਹਾ ਇਤਿਹਾਸ ਵਿੱਚ, ਉਹ ਕਹਿੰਦੇ ਨਾਮ ਬਿਨਾ ਜੋ ਸਵਾਸ ਵਹਿਤ ਹੈ। ਖਿਆਲ ਕਰਨਾ, ਉਹ ਭਾਈ ਸਾਹਿਬ ਜੀ ਕਹਿੰਦੇ ਨਾਮ ਬਿਨਾ ਜੋ ਸਵਾਸ ਵਹਿਤ ਹੈ, ਜੈਸੇ ਪਸਰਾ ਫੂਕ ਬਹਿਤ ਹੈ। ਪਸਰਾ ਕਹਿੰਦੇ ਇੱਕ ਖਲ ਦਾ ਬੋਕਾ ਹੁੰਦਾ ਹੈ। ਪੁਰਾਤਨ ਬਜ਼ੁਰਗ ਜਿਹੜੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ, ਇਹ ਲੋਹਾਰਾਂ ਤਨਖਾਣਾ ਕੋਲ ਹੁੰਦੇ ਸੀ। ਖਲ ਦੇ ਬੋਕੇ ਦੇ ਨਾਲ ਉਹ ਹਵਾ ਭਰਦੇ ਸੀ, ਹਵਾ ਨਾਲ ਕੋਲੇ ਗਰਮ ਹੁੰਦੇ ਸਨ, ਤੇ ਉਹਨਾਂ ਕੋਲਿਆਂ ਦੇ ਉੱਤੇ ਰੱਖ ਕੇ ਉਹਨਾਂ ਨੇ ਲੋਹਾ ਗਰਮ ਕਰਕੇ ਕੁੱਟਣਾ ਹੁੰਦਾ ਸੀ। ਉਹ ਦਾਤਰੀ ਬਣਾ ਲੈਣ, ਰੰਬਾ ਬਣਾ ਲੈਣ, ਕੁਝ ਬਣਾ ਲੈਣ। ਭਾਈ ਸਾਹਿਬ ਕਹਿੰਦੇ ਜੇ ਤੂੰ ਨਾਮ ਨਹੀਂ ਨਾ ਜਪਦਾ, ਜੇ ਤੂੰ ਵਾਹਿਗੁਰੂ ਨਹੀਂ ਬੋਲਦਾ, ਰਾਮ ਨਹੀਂ ਬੋਲਦਾ, ਅੱਲਾ ਨਹੀਂ ਬੋਲਦਾ, ਤੇ ਤੇਰੇ ਜਿਹੜੇ ਸਵਾਸ ਨੇ ਨਾ ਸਿਰਫ ਇਤਨਾ ਹੀ ਹੈ ਕਿ ਤੇਰੇ ਹਿਰਦੇ ਜਿਹੜਾ ਖਲ ਹੈ ਨਾ, ਤੇਰਾ ਢਿੱਡ, ਇਹਨੂੰ ਭਰਨ ਵਾਸਤੇ ਤੇ ਉਹ ਕੰਮ ਆਉਂਦੇ ਨੇ, ਪਰ ਉਹ ਸਫਲ ਨਹੀਂ ਹੋਣਗੇ। ਉਹ ਤੇਰੇ ਬੇਅਰਥ ਚਲੇ ਜਾਣਗੇ। ਨਾਮ ਬਿਨਾ ਜੋ ਸਵਾਸ ਵਹਿਤ ਹੈ, ਨਾਮ ਤੋਂ ਬਿਨਾਂ ਜਿਹੜੇ ਸਵਾਸ ਆਉਂਦੇ ਤੇ ਜਾਂਦੇ ਨੇ ਨਾ, ਉਹ ਇੱਕ ਖਲ ਦੇ ਵਿੱਚ ਹਵਾ ਭਰਨ ਵਾਲੀ ਗੱਲ ਹੀ ਹੈ। ਇਸ ਕਰਕੇ ਸਫਲ ਘਰੀ, ਉਹ ਘਰੀ ਤੇਰਾ ਛਿਨ ਮਾਤਰ ਜਿਹੜਾ ਹੈ ਨਾ, ਉਹ ਵੀ ਸਫਲ ਹੋ ਜਾਏਗਾ। ਗੁਰ ਉਪਦੇਸ਼ ਸਭ ਦੁਖ ਪਰ ਹਰੀ। ਤੇ ਉਹਦੇ ਨਾਲ ਕੀ ਪ੍ਰਾਪਤ ਹੋਣਾ ਹੈ? ਗੁਰ ਉਪਦੇਸ਼ ਸਭ ਦੁੱਖ ਪਰ ਹਰੀ। ਜਦੋਂ ਤੂੰ ਗੁਰੂ ਦੇ ਉਪਦੇਸ਼ ਦੁਆਰਾ ਪਰਮਾਤਮਾ ਦਾ ਨਾਮ ਜਪੇਗਾ, ਸਿਮਰਨ ਕਰੇਗਾ, ਤੇ ਪਾਤਸ਼ਾਹ ਕਹਿੰਦੇ ਸਾਰੇ ਦੁੱਖ ਪਰਹਰ ਹੋ ਜਾਣਗੇ, ਨਾਸ ਹੋ ਜਾਣਗੇ। ਪਰਹਰ ਤੋਂ ਭਾਵ ਤਿਆਗੇ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਹਰੀ ਤੋਂ ਭਾਵ ਖਤਮ ਨੇ। ਤੇਰੇ ਸਾਰੇ ਜਿਤਨੇ ਸਾਰੇ ਦੁੱਖ ਨੇ, ਉਹ ਸਾਰੇ ਹੀ ਪਰਹਰੀ ਨਾਸ ਹੋ ਜਾਣਗੇ, ਕੱਟੇ ਜਾਣਗੇ। ਜਗ ਜੀਵਨ ਧਿਆਏ ਮਨ ਹਰ ਸਿਮਰੀ। ਇਸ ਲਈ ਸਾਹਿਬ ਬਖਸ਼ਿਸ਼ ਕਰਦੇ ਨੇ ਭਾਈ, ਜਗ ਜੀਵਨ, ਜਿਹੜਾ ਜਗਤ ਦਾ ਜੀਵਨ, ਜਗਤ ਦਾ ਆਸਰਾ ਹੈ, ਜਿਹਦੇ ਆਸਰੇ ਤੇ ਸਾਰਾ ਜਗਤ ਚੱਲ ਰਿਹਾ ਹੈ, ਸੰਸਾਰ ਚੱਲ ਰਿਹਾ ਹੈ, ਉਹਦੇ ਬਿਨਾਂ ਤੁਸੀਂ ਕਹਿੰਦੇ ਹੋ ਨਾ ਕਿ ਪੱਤਾ ਵੀ ਨਹੀਂ ਹਿੱਲਦਾ। ਭਾਵ ਕਿ ਉਹ ਮਾਲਕ ਸਾਰਿਆਂ ਦਾ ਆਸਰਾ ਹੈ। ਜਗ ਜੀਵਨ ਧਿਆਏ, ਉਹ ਜਗਤ ਦੇ ਆਸਰਾ ਰੂਪ ਪਰਮਾਤਮਾ ਨੂੰ ਧਿਆਉਣਾ ਕਰ, ਜਪਣਾ ਕਰ, ਉਹਨੂੰ ਜਪਿਆ ਕਰ। ਕਿਸ ਤਰ੍ਹਾਂ ਜਪਣਾ ਹੈ ਜੀ? ਕਈ ਕਹਿੰਦੇ ਨੇ ਐਉਂ ਜਪ ਲਓ, ਦੂਜਾ ਕਹਿੰਦਾ ਐਉਂ ਜਪ ਲਓ। ਜਪਣ ਦੇ ਚੱਕਰ ਵਿੱਚ ਵੀ ਸਾਨੂੰ ਵਿਦਵਾਨਾਂ ਨੇ ਪਾਇਆ ਹੋਇਆ, ਸਾਧਾਂ ਨੇ ਪਾਇਆ ਹੋਇਆ। ਕੋਈ ਕਹਿੰਦਾ ਕਿਸ ਤਰ੍ਹਾਂ ਜਪਣਾ ਹੈ, ਕੋਈ ਕਹਿੰਦਾ ਕਿਸ ਤਰ੍ਹਾਂ ਜਪਣਾ ਹੈ। ਨਹੀਂ, ਜਪਣ ਦੇ ਵਾਸਤੇ ਕੋਈ ਜੁਗਤੀ ਦੀ ਲੋੜ ਨਹੀਂ ਹੈ। ਮੈਂ ਬੇਨਤੀ ਕਰਦੇ, ਸਿੰਘ ਸਾਹਿਬ ਜੀ ਵੀ ਬੈਠੇ ਨੇ, ਜ਼ਿਮੀਂਦਾਰ ਜਦੋਂ ਆਪਣੀ ਜ਼ਮੀਨ ਵਿੱਚ ਬੀਜ ਬੀਜਦਾ ਹੈ ਨਾ, ਬਹੁਤੇ ਜ਼ਿਮੀਂਦਾਰਾਂ ਦੇ ਨਾਲ ਸੰਬੰਧਿਤ ਹੋਵੋਗੇ ਆਪ ਜੀ ਵੀ। ਜ਼ਿਮੀਂਦਾਰ ਆਪਣੀ ਜ਼ਮੀਨ ਵਿੱਚ ਜਦੋਂ ਪੈਲੀ ਵਿੱਚ ਜਾ ਕੇ ਬੀਜ ਬੀਜਦਾ ਹੈ ਨਾ, ਉਹ ਨਹੀਂ ਦੇਖਦਾ ਬੀਜ ਸਿੱਧਾ ਡਿੱਗਿਆ ਹੈ, ਬੀਜ ਪੁੱਠਾ ਡਿੱਗਿਆ ਹੈ, ਬੀਜ ਪਾਸੇ ਪਰਨੇ ਪਿਆ ਹੈ। ਉਹ ਇਹ ਦੇਖਦਾ ਕਿ ਬੀਜ ਧਰਤੀ ਦੀ ਕੁੱਖ ਵਿੱਚ ਚਲੇ ਗਿਆ। ਤੇ ਜਿਹੜਾ ਬੀਜ ਧਰਤੀ ਦੀ ਕੁੱਖ ਵਿੱਚ ਚਲੇ ਜਾਏਗਾ ਨਾ, ਚਾਹੇ ਉਹ ਸਿੱਧਾ ਹੈ, ਚਾਹੇ ਪੁੱਠਾ ਹੈ, ਵਿੰਗਾ ਹੈ, ਟੇਢਾ, ਉਸਨੇ ਜੰਮ ਪੈਣਾ, ਉਸਨੇ ਉੱਗ ਪੈਣਾ ਹੈ। ਬਸ ਸ਼ਰਤੇ ਕਿ ਉਹ ਜਿਹੜੀ ਜ਼ਮੀਨ ਹੈ ਨਾ, ਉਹ ਜ਼ਮੀਨ ਜ਼ਰਖੇਜ਼ ਹੋਣੀ ਚਾਹੀਦੀ ਹੈ। ਉਹ ਕਿਤੇ ਕਲਰ ਨਾ ਹੋਵੇ। ਜੇ ਕਲਰ ਵਿੱਚ ਡਿੱਗਿਆ ਹੋਇਆ ਦਾਣਾ ਬੀਜ ਹੈ ਨਾ, ਉਹ ਨਹੀਂ ਉੱਗੇਗਾ। ਕਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੇ। ਕਲਰ ਦੀ ਖੇਤੀ ਵਿੱਚ ਬੀਜ ਬੀਜਿਆ ਲਾਹਾ ਨਹੀਂ ਪ੍ਰਾਪਤ ਹੋਵੇਗਾ। ਉਹ ਆਪਣੀ ਜ਼ਮੀਨ ਨੂੰ ਪਹਿਲਾਂ ਵਾਹੁੰਦਾ ਏ, ਸਵਾਰਦਾ ਏ, ਉਸ ਨੂੰ ਰੌਣੀ ਕਰਦਾ ਏ,
ਜਦੋਂ ਜ਼ਮੀਨ ਐਨ ਵੱਤਰ ਹੋ ਜਾਂਦੀ ਆ, ਜ਼ਰਖੇਜ਼ ਬਣ ਜਾਂਦੀ ਆ, ਫਿਰ ਬੀਜ ਬੀਜਦਾ ਹੈ। ਅਸੀਂ ਵੀ ਜਦੋਂ ਨਾਮ ਦਾ ਬੀਜ ਬੀਜਣਾ ਹੈ ਨਾ, ਪਹਿਲੋਂ ਆਪਣੇ ਅੰਤਸ਼ਕਰਨ ਰੂਪੀ ਹਿਰਦੇ ਰੂਪੀ ਜ਼ਮੀਨ ਨੂੰ ਜ਼ਰਖੇਜ਼ ਬਣਾਉਣਾ ਹੈ। ਕਿਤੇ ਉਹਦੇ ਵਿੱਚ ਹਉਮੈ ਦਾ ਕਲਰ ਨਾ ਜੰਮਿਆ ਹੋਵੇ, ਉਹਦੇ ਵਿੱਚ ਆਸਾ ਤੇ ਤ੍ਰਿਸ਼ਨਾ ਦੀਆਂ ਜੜਾਂ ਨਾ ਲੱਗੀਆਂ ਹੋਣ ਘਾਹ ਦੀਆਂ, ਉਹਦੇ ਵਿੱਚ ਹਉਮੈ ਦੀ ਖੁਸ਼ਕੀ ਨਾ ਹੋਵੇ। ਜਦੋਂ ਸਾਡਾ ਹਿਰਦਾ ਨਿਰਮਲ ਹੋ ਜਾਏਗਾ ਨਾ, ਸੇਵਾ ਕਰਕੇ ਸੰਗਤ ਕਰਕੇ ਉਹਦੇ ਵਿੱਚ ਫਿਰ ਡਿੱਗਿਆ ਇੱਕ ਇੱਕ ਨਾਮ ਦਾ ਬੀਜ ਆਪਣੇ ਆਪ ਉੱਗੇਗਾ, ਉਹਦੇ ਵਿੱਚੋਂ ਪ੍ਰਫੁੱਲਤ ਹੋਵੇਗੀ ਖੇਤੀ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਮਨ ਹਰ ਸਿਮਰੀ। ਸਿੰਘ ਸਾਹਿਬ ਜੀ ਨੇ ਬੜਾ ਸੁੰਦਰ ਪਾਠ ਕੀਤਾ, ਸਿਮਰੀ। ਇੱਥੇ ਬਿੰਦੀ ਦੀ ਜ਼ਰੂਰਤ ਹੈ ਕਿ ਐ ਮਨੁੱਖ ਹੈ ਭਾਈ, ਆਪਣੇ ਮਨ ਵਿੱਚ ਹਰੀ ਪਰਮਾਤਮਾ ਦਾ ਨਾਮ ਸਿਮਰੀ। ਇਹ ਨਹੀਂ ਕਿ ਵੀ ਤੂੰ ਸਿਮਰ ਮੈਨੂੰ ਲੋੜ ਨਹੀਂ ਹੈ, ਤੂੰ ਜਪਿਆ ਕਰ ਮੈਨੂੰ ਜ਼ਰੂਰਤ ਨਹੀਂ, ਤੂੰ ਅੰਮ੍ਰਿਤ ਵੇਲੇ ਉੱਠਿਆ ਕਰ ਮੈਨੂੰ ਲੋੜ ਨਹੀਂ। ਅੱਜ ਤਾਂ ਬਹੁਤੇ ਵਿਦਵਾਨ ਇਹ ਵੀ ਆ ਗਏ ਨੇ ਨਾ, ਭਾਈ ਨਿਤਨੇਮ ਕਰਨ ਦਾ ਲੋੜ ਨਹੀਂ, ਅੰਮ੍ਰਿਤ ਵੇਲੇ ਉੱਠਣ ਦੀ ਜ਼ਰੂਰਤ ਨਹੀਂ, ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ। ਨਹੀਂ ਭਾਈ, ਪ੍ਰਥਮੇ ਮਨ ਪਰ ਬੋਧੈ, ਆਪਣਾ ਪਾਛੈ ਅਵਰ ਰੀਝਾਵੈ। ਕਿ ਐ ਮਨ ਤੂੰ ਆਪਣੇ ਮਨ ਵਿੱਚ ਸਿਮਰੀ। ਜਦੋਂ ਤੂੰ ਸਿਮਰੇਗਾ ਨਾ ਤੇ ਤੇਰੇ ਨਾਲ ਲੱਗ ਕੇ ਦੂਸਰੇ ਨੇ ਵੀ ਸਿਮਰਨਾ ਸ਼ੁਰੂ ਕਰ ਦੇਣਾ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਆਪਣੇ ਬੱਚਿਆਂ ਨੂੰ ਨਾ ਪਹਿਲੋਂ ਆਪ ਆਪਣੇ ਪਰਿਵਾਰ ਵਿੱਚ ਸੰਭਾਲਣ ਦਾ ਯਤਨ ਕਰੀਏ ਕਿ ਸਾਡੇ ਬੱਚੇ ਮਾੜੀ ਸੰਗਤ ਵਿੱਚ ਤੇ ਨਹੀਂ, ਸਾਡੇ ਬੱਚੇ ਕਿਤੇ ਨਸ਼ਿਆਂ ਵਾਲੇ ਪਾਸੇ ਤਾਂ ਨਹੀਂ ਜਾਂਦੇ, ਨਸ਼ਾ ਹੀ ਕਰਨ ਵਾਲੇ ਲੋਕਾਂ ਦੀ ਸੰਗਤ ਤਾਂ ਨਹੀਂ ਸਾਡੇ ਬੱਚਿਆਂ ਨੂੰ। ਆਪਣੇ ਬੱਚਿਆਂ ਦੀ ਖੁਦ ਆਪ ਸੰਭਾਲ ਕਰੀਏ, ਕਿਉਂਕਿ ਜਦੋਂ ਮਾਤਾ ਦੇ ਗਰਭ ਵਿੱਚ ਸੀ ਨਾ ਬੱਚਾ, ਉਦੋਂ ਵੀ ਜੁੜਿਆ ਹੋਇਆ ਸੀ। ਮਾਤਾ ਦੀ ਗੋਦ ਵਿੱਚ ਸੀ ਬੱਚਾ, ਉਦੋਂ ਵੀ ਜੁੜਿਆ ਹੋਇਆ ਸੀ। ਜਦੋਂ ਮਾਤਾ ਨੇ ਉਸ ਨੂੰ ਅਣਦੇਖਿਆ ਕਰ ਦਿੱਤਾ, ਬੱਚਾ ਮਾੜੀ ਸੰਗਤ ਵਿੱਚ ਪੈ ਗਿਆ ਹੈ। ਇਸ ਲਈ ਬੱਚੇ ਨੂੰ ਆਪ ਸੰਭਾਲਣ ਦੀ ਲੋੜ ਹੈ। ਆਪ ਆਪਣੇ ਬੱਚਿਆਂ ਦੀ ਸੰਭਾਲ ਕਰੀਏ, ਕਿਸੇ ਨੂੰ ਉਲਾਂਭਾ ਨਾ ਦਈਏ। ਅੱਜ ਅਸੀਂ ਉਲਾਂਭੇ ਦਿੰਦੇ ਹਾਂ, ਨਹੀਂ ਭਾਈ, ਆਪਣਾ ਫਰਜ਼ ਸੰਭਾਲੀਏ, ਆਪਣੇ ਫਰਜ਼ ਨੂੰ ਸਮਝੀਏ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਮਨ ਸਿਮਰੀ, ਐ ਮਨ ਆਪਣੇ ਨਾਮ ਮਨ ਪ੍ਰਭੂ ਪਰਮਾਤਮਾ ਨੂੰ ਮੈਂ ਸਿਮਰਨ ਕਰਾਂ। ਕੋਟ ਕੋਟੰਤਰ ਤੇਰੇ ਪਾਪ ਪਰ ਹਰੀ। ਤੇਰੇ ਜਿਹੜੇ ਪਾਪ ਨੇ ਨਾ, ਕੋਟ ਕੋਟੰਤਰ, ਕਰੋੜਾਂ ਪਾਪ ਜਿਹੜੇ ਨੇ ਤੇਰੇ, ਜੇ ਟੈਂਕੇ ਦੇ ਔਂਕੜ ਹੋਵੇ ਤੇ ਫਿਰ ਇੱਕ ਮੁਕਤਾ ਇੱਕ ਵਚਨ ਹੁੰਦਾ ਹੈ, ਕੋਟ ਬਹੁ ਵਚਨ ਹੈ। ਜੇ ਸਿਹਾਰੀ ਲੱਗੀ ਹੋਏ ਤੇ ਉਹ ਗਿਣਤੀ ਦੇ ਵਿੱਚ ਆ ਜਾਂਦਾ ਹੈ। ਇਸ ਕਰਕੇ ਕੋਟ ਕੋਟੰਤਰ, ਕਰੋੜਾਂ ਪਾਪ, ਜਨਮ ਜਨਮਾਤਰਾਂ ਦੇ ਪਾਪ, ਤੇਰੇ ਸਾਰੇ ਪਾਪ ਪਰ ਹਰੀ, ਸਾਰੇ ਨਾਸ਼ ਹੋ ਜਾਣਗੇ ਸਿਮਰਨ ਕਰਨ ਕੇ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਇੰਦਨ ਕੀਤਾ ਮੂਕਣਾ ਭੋਰੀ ਦਿੱਤੀ ਮੁਪਾਹੇ। ਇੰਦਰ ਜੋ ਅਗਨੀ ਹੈ ਨਾ, ਅਗਨੀ ਦੀ ਇੱਕ ਚੰਗਿਆੜੀ ਜਿਹੜੀ ਹੈ, ਉਹ ਲੱਕੜਾਂ ਦੇ ਢੇਰਾਂ ਦੇ ਢੇਰ ਸਾੜ ਕੇ ਸੁਆਹ ਕਰ ਦਿੰਦੀ ਹੈ। ਤੇ ਸਾਹਿਬ ਕਹਿੰਦੇ ਕੱਟੇ ਪਾਪ ਅਸੰਖ, ਨਾਵੈ ਇੱਕ ਕਣੀ। ਅਸੰਖਾਂ ਪਾਪ, ਕਰੋੜਾਂ ਪਾਪ ਨਹੀਂ, ਅਸੰਖਾਂ ਪਾਪ, ਅਣਗਿਣਤ ਪਾਪ ਜਿਹੜੇ ਨੇ, ਨਾਮ ਦੀ ਇੱਕ ਕਣੀ ਜਿਹੜੀ ਕੱਟ ਦਿੰਦੀ ਹੈ। ਕੱਲ ਬੇਨਤੀ ਕੀਤੀ, ਅਜਾਮਲ ਨੇ ਸਾਰੀ ਉਮਰ ਪਾਪ ਕੀਤੇ ਨੇ, ਪਰ ਇੱਕ ਵਾਰੀ ਉਸਨੇ ਨਾਰਾਇਣ ਕਿਹਾ, ਜਨਮ ਜਨਮਾਤਰਾਂ ਦੇ ਪਾਪ ਕੱਟੇ ਗਏ, ਪਰਮਾਤਮਾ ਦੇ ਚਰਨਾਂ ਵਿੱਚ ਅਭੇਦਤਾ ਪ੍ਰਾਪਤ ਹੋ ਗਈ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਜਦੋਂ ਪਾਪ ਕੱਟੇ ਜਾਣੇ ਨੇ ਨਾ, ਬਹੁਤਾ ਸਮਾਂ ਨਹੀਂ ਲੱਗਣਾ ਹੈ, ਸਾਲ ਨਹੀਂ ਲੱਗਣੇ, ਮਹੀਨੇ ਨਹੀਂ ਲੱਗਣੇ, ਦਿਨ ਨਹੀਂ ਲੱਗਣੇ, ਇੱਕ ਛਿਨ ਹੀ ਲੱਗਣਾ ਹੈ, ਇੱਕ ਛਿਨ ਲੱਗਣਾ ਹੈ। ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਇੱਕ ਚਿੱਤ ਹੋ ਕੇ ਜਦੋਂ ਇੱਕ ਵਾਰੀ ਕਹਿ ਦਿੱਤਾ ਸਤਨਾਮ ਵਾਹਿਗੁਰੂ, ਉਹ ਫਿਰ ਕਾਲ ਦੀ ਫਾਂਸੀ ਵਿੱਚ ਨਹੀਂ ਆਏਗਾ।
ਕਾਲ ਉਹਦੇ ਨੇੜੇ ਨਹੀਂ ਆ ਸਕੇਗਾ, ਕਿਉਂਕਿ ਇੱਕ ਵਾਰੀ ਉਚਾਰਨ ਕੀਤਾ ਨਾਮ ਕੋਟ ਕੁਟਾਂਤਰ ਜਿਹੜੇ ਪਾਪ ਨੇ ਉਹ ਨਾਸ ਹੋ ਜਾਣਗੇ। ਸਤ ਸੰਗਤ ਸਾਧ ਤੂਰ ਮੁਖ ਪਰੀ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਮਨ, ਜਿਸ ਮਨੁੱਖ ਦੇ ਮੱਥੇ ਉੱਤੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਪੈ ਗਈ, ਸਤ ਸੰਗਤ ਸਾਧ ਧੂੜ ਮੁਖ ਪਰੀ, ਜਿਹਦੇ ਮੁਖ ਉੱਤੇ, ਜਿਹਦੇ ਮਸਤਕ ਦੇ ਉੱਤੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਪੈ ਗਈ। ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ। ਤੇ ਜਦੋਂ ਮਾਲਕ ਕਿਰਪਾਲੂ ਬਖਸ਼ਿਸ਼ ਕਰਦਾ ਹੈ ਨਾ, ਉਦੋਂ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੁੰਦੀ ਹੈ। ਹੁਣ ਚਰਨਾਂ ਦੀ ਧੂੜੀ ਤਾਂ ਹੀ ਮਿਲੇਗੀ ਨਾ ਜੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਗੁਰੂ ਕੀ ਸੰਗਤ ਵਿੱਚ ਆਵਾਂਗੇ। ਬੇਅੰਤ ਗੁਰੂ ਕੀਆਂ ਸੰਗਤਾਂ ਆਣ ਕੇ ਨਤਮਸਤਕ ਹੋ ਰਹੀਆਂ ਨੇ, ਗਲੀਚੇ ਵਿਛੇ ਹੋਏ ਨੇ, ਚਰਨਾਂ ਦੀ ਧੂੜ ਤੇ ਲੱਗਦੀ ਹੈ ਨਾ। ਜਦੋਂ ਸਾਡਾ ਮਸਤਕ ਚਰਨ ਧੂੜ ਤੇ ਲੱਗ ਜਾਂਦਾ ਹੈ ਤੇ ਮਸਤਕ ਦੀਆਂ ਰੇਖਾਵਾਂ ਬਦਲ ਜਾਂਦੀਆਂ ਨੇ। ਭਾਈ ਸ਼ਬੇਗ ਸਿੰਘ ਜੀ ਨੇ ਆਪਣੇ ਬੇਟੇ ਸ਼ਾਬਾਜ ਸਿੰਘ ਨੂੰ ਜਦੋਂ ਆਪਣੇ ਚਰਨਾਂ ਦੀ ਧੂੜੀ ਦਾ ਕਿਣਕਾ ਉਸਦੇ ਮਸਤਕ ਦੇ ਉੱਤੇ ਲਾਇਆ ਤੇ ਉਸਨੇ ਜਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਕਿ ਮੈਂ ਮੁਸਲਮਾਨ ਨਹੀਂ ਬਣਨਾ, ਮੈਂ ਮੁਸਲਮਾਨ ਨਹੀਂ ਬਣਨਾ। ਚਰਖੜੀਆਂ ਤੇ ਚੜ ਗਏ ਨੇ, ਆਪਣੇ ਧਰਮ ਨੂੰ ਤਬਦੀਲ ਨਹੀਂ ਕੀਤਾ ਹੈ, ਇਸਲਾਮ ਕਬੂਲ ਨਹੀਂ ਕੀਤਾ। ਇਸ ਲਈ ਧੂੜੀ ਦੇ ਵਿੱਚ ਬਹੁਤ ਵੱਡੀ ਬਖਸ਼ਿਸ਼ ਹੈ, ਰਹਿਮਤ ਹੈ। ਪਰ ਅਸੀਂ ਕਈ ਵਾਰੀ ਨਾ ਧੂੜੀ ਲੈ ਕੇ ਵੀ ਉਸ ਨੂੰ ਪਾਖੰਡ ਦੀ ਉੱਤੇ ਲੇਪ ਕਰ ਦਿੰਦੇ ਆ, ਧੂੜੀ ਦੀਆਂ ਪੁੜੀਆਂ ਬਣਾ ਕੇ ਦੇਣੀਆਂ ਸ਼ੁਰੂ ਕਰ ਦਿੰਦੇ ਆ। ਇਹ ਕੋਈ ਡਾਕਟਰ ਦੀ ਦਵਾਈ ਆ ਵੀ ਲਿਜਾ ਕੇ ਦੇਣੀ ਹੈ ਤੇ ਉਸਨੇ ਅਸਰ ਕਰਨਾ। ਧੂੜੀ ਦਾ ਮਤਲਬ ਹੈ ਗੁਰੂ ਦੀ ਸੰਗਤ ਵਿੱਚ ਆ ਕੇ ਚਰਨ ਧੂੜ ਪ੍ਰਾਪਤ ਕਰਨੀ, ਗੁਰੂ ਦੀ ਹਜ਼ੂਰੀ ਵਿੱਚ ਆ ਕੇ ਨਤਮਸਤਕ ਹੋਣਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਮਸਤਕ ਦੇ ਉੱਤੇ ਸਾਧ ਸੰਗਤਾਂ ਦੇ ਚਰਨਾਂ ਦੀ ਧੂੜੀ ਲੱਗਦੀ ਹੈ, ਇਸ਼ਨਾਨ ਕੀਓ 860 ਸੁਰਸਰੀ। ਫਿਰ ਕਿੰਨੀ ਵੱਡੀ ਬਖਸ਼ਿਸ਼ ਸਤਿਗੁਰੂ ਜੀ ਨੇ ਕੀਤੀ। ਕਹਿੰਦੇ ਜਿਸ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਚਰਨਾਂ ਦੀ ਧੂੜ, ਚਰਨ ਧੂੜ ਲੱਖ ਕੋਟ ਪਿਰਾਗੇ। ਕਰੋੜਾਂ ਜਿਹੜੇ ਪ੍ਰਯਾਗਰਾਜ ਤੀਰਥ ਨੇ ਨਾ, ਉਹਨਾਂ ਦੇ ਮਹਾਤਮ ਤੋਂ ਵੀ ਜ਼ਿਆਦਾ ਹੈ ਗੁਰੂ ਦੀ ਸੰਗਤ ਵਿੱਚ ਆਉਣਾ। ਇਸ ਲਈ ਉਸਨੇ ਕਹਿੰਦੇ ਇਸ਼ਨਾਨ ਕੀਓ 860 ਸੁਰਸਰੀ। ਸੁਰਸਰੀ ਕਹਿੰਦੇ ਨੇ ਗੰਗਾ ਨੂੰ। ਉਹਨਾਂ ਨੇ 68 ਤੀਰਥਾਂ ਦੇ ਇਸ਼ਨਾਨ ਕਰ ਲਏ, ਗੰਗਾ ਦੇ ਇਸ਼ਨਾਨ ਕਰ ਲਏ। ਤੇ ਗੁਰੂ ਪਾਤਸ਼ਾਹ ਨੇ ਨਾ ਸਾਨੂੰ ਬੜੀ ਵੱਡੀ ਬਖਸ਼ਿਸ਼ ਕੀਤੀ ਹੈ। ਇਹ ਜਿਹੜੀ ਸੰਗਤ ਜਿੱਥੇ ਆਪ ਸੱਜ ਬੈਠੇ ਹੋ ਨਾ, ਸਤਿਗੁਰਾਂ ਨੇ ਸੰਗਤ ਨੂੰ ਵੀ ਗੰਗਾ ਦੀ ਤਸ਼ਬੀਹ ਦਿੱਤੀ ਹੈ। ਸੰਗਤ ਦੇ ਵਿੱਚ ਆਣ ਕੇ ਇਸ਼ਨਾਨ ਕਰਨਾ ਚਰਨ ਧੂੜ ਦੇ ਨਾਲ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜਦੋਂ ਅਸੀਂ ਗੁਰੂ ਘਰ ਵਿੱਚ ਆ ਕੇ ਗੁਰੂ ਕੀ ਸੰਗਤ ਸੇਵਾ ਕਰਦੀ ਹੈ, ਇਹ ਗਲੀਚੇ ਝਾੜਦੀ ਹੈ, ਦਰੀਆਂ ਤੱਪੜ ਝਾੜਦੀ ਹੈ, ਉਹਦੇ ਵਿੱਚੋਂ ਨਿਕਲੀ ਹੋੜੀ ਜਿਹੜੀ ਚਰਨ ਧੂੜ ਹੈ ਉਹ ਸਰੀਰ ਦਾ ਇਸ਼ਨਾਨ ਹੋ ਜਾਂਦਾ ਹੈ। ਕਈ ਗੁਰਮੁਖ ਬ੍ਰਹਮ ਗਿਆਨੀਆਂ ਦੇ ਚਰਨ ਧੂੜ ਪੈਂਦੇ ਨੇ, ਕੋਈ ਬੜੇ ਬੰਦਗੀ ਵਾਲੇ ਵੀ ਇੱਥੇ ਆਉਂਦੇ ਨੇ, ਤਰ੍ਹਾਂ ਤਰ੍ਹਾਂ ਦੀ ਸੰਗਤ ਆਉਂਦੀ ਹੈ। ਤੇ ਕਿਸੇ ਦੇ ਚਰਨਾਂ ਦੀ ਐਸੀ ਧੂੜ ਪ੍ਰਾਪਤ ਹੋ ਜਾਏ, ਜੀਵਨ ਤਬਦੀਲ ਹੋ ਜਾਂਦਾ ਹੈ। ਇਸ ਕਰਕੇ ਉਸਨੇ ਕਿਸੇ ਗੰਗਾ ਦੇ ਇਸ਼ਨਾਨ ਦੀ ਗੱਲ ਨਹੀਂ ਕੀਤੀ, ਸਤ ਸੰਗਤ ਰੂਪੀ ਗੰਗਾ ਦੇ ਇਸ਼ਨਾਨ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ। ਭਾਈ ਸਾਹਿਬ ਨੇ ਤੇ ਕਿਹਾ ਜੋ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਨਾ, ਉੱਥੇ ਵੀ ਜਾ ਕੇ ਕਈ ਜੇਬਾਂ ਕੱਟਦੇ ਨੇ, ਕੋਈ ਪਰਾਏ ਰੂਪ ਨੂੰ ਤੱਕਦੇ ਨੇ, ਕੋਈ ਹੋਰ ਅਨੇਕ ਪ੍ਰਕਾਰ ਦੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਜਾਂਦੇ ਨੇ। ਉਹ ਪਾਪ ਲੈਂਦੇ ਨੇ, ਪਾਪ ਤੇ ਉਸ ਦੇ ਸਿਰ ਚੜ ਜਾਂਦੇ ਨੇ। ਇਸ ਲਈ ਕਹਿੰਦੇ ਬੱਜਰ ਪਾਪ ਨਾ ਉਤਰੈ ਜੋ ਗੰਗ ਕਮਾਤੇ। ਜਿਹੜੇ ਗੰਗਾ ਤੇ ਜਾ ਕੇ ਪਾਪ ਕੀਤੇ ਨੇ ਉਹ ਬੱਜਰ ਪਾਪ ਕਿਵੇਂ ਉਤਰਨਗੇ? ਇਹ ਤੇ ਗੁਰੂ ਕੀ ਸੰਗਤ ਹੈ, ਜਿੱਥੇ ਆਣ ਕੇ ਕਰੋੜਾਂ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ।
ਹਮ ਮੂਰਖ ਕਉ ਹਰ ਕਿਰਪਾ ਕਰੀ। ਬਖਸ਼ਿਸ਼ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ ਅਖੀਰਲੀਆਂ ਪੰਕਤੀਆਂ ਵਿੱਚ, ਹਮ ਮੂਰਖ ਕਉ ਗੁਰ ਕਿਰਪਾ ਕਰੇ। ਹਮ ਮੂਰਖ ਕਉ ਹਰ ਕਿਰਪਾ ਕਰੀ। ਹਮ ਮੂਰਖ, हे ਭਾਈ ਜੋ ਅਸੀਂ ਮੂਰਖ ਹਾਂ, ਕਿਉਂਕਿ ਮਨੁੱਖ ਦਾਵਾ ਕਰਦਾ ਹੈ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ ਹੈ, ਪਰ ਗੁਰੂ ਦੀ ਕਿਰਪਾ ਹਜ਼ੂਰੀ ਵਿੱਚ ਆ ਕੇ ਕਹਿਣਾ ਹੈ, ਹਮ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਭੇਖਿਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਹਮ ਅੰਧਲੇ ਅੰਧ ਬਿਖੇ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਪਣੀ ਚਤੁਰਾਈ ਸਿਆਣਪ ਜਿਹੜੀ ਨਾ ਤਿਆਗ ਦੇਣੀ ਹੈ। ਇਹ ਤੇ ਬੇਨਤੀ ਕਰਨੀ ਸਾਹਿਬ ਜੀਓ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ। ਮੈਂ ਅਪਰਾਧੀ ਹਾਂ, ਗੁਨਾਹਗਾਰ ਹਾਂ, ਬੇਮੁਖ ਹਾਂ, ਮੂਰਖ ਹਾਂ। ਤੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਰਹਿਮਤ ਕਰੋ। ਹਮ ਮੂਰਖ ਕਉ ਹਰ ਕਿਰਪਾ ਕਰੀ। ਹਰੀ ਪਰਮਾਤਮਾ ਵਾਹਿਗੁਰੂ ਨੇ ਮੈਂ ਮੂਰਖ ਦੇ ਉੱਤੇ ਕਿਰਪਾ ਕਰ ਦਿੱਤੀ। ਕੀ ਬਖਸ਼ਿਸ਼ ਕੀਤਾ ਸਤਿਗੁਰਾਂ ਨੇ? ਜਨ ਨਾਨਕ ਤਾਰੇ ਉਤਾਰਨ ਹਰੀ। ਤੇ ਉਹ ਮਾਲਕ ਜਿਹੜਾ ਪ੍ਰਭੂ ਤਾਰਨ ਦੀ ਸਮਰੱਥਾ ਰੱਖਦਾ ਹੈ, ਜੋ ਤਰਨ ਤਾਰਨ ਸਮਰੱਥ ਪਰਮੇਸ਼ਰ ਹੈ, ਤਾਰਨ ਦੀ ਸਮਰੱਥਾ ਵਾਲੇ ਪ੍ਰਭੂ ਪਰਮੇਸ਼ਰ ਨੇ ਮੇਰੇ ਮੂਰਖ ਤੇ ਕਿਰਪਾ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਮੇਰੇ ਤੇ ਉਸਨੇ ਬਖਸ਼ਿਸ਼ ਕਰ ਦਿੱਤੀ ਹੈ, ਰਹਿਮਤ ਕਰ ਦਿੱਤੀ ਹੈ, ਕਿਉਂਕਿ ਇਹ ਸੰਸਾਰ ਸਮੁੰਦਰ ਤੋਂ ਆਪਣੇ ਆਪ ਪਾਰ ਨਹੀਂ ਕੋਈ ਹੋ ਸਕਦਾ। ਜਿਸ ਨੇ ਵੀ ਸਮੁੰਦਰ ਨੂੰ ਪਾਰ ਕਰਨਾ ਹੈ, ਉਸ ਨੂੰ ਕੋਈ ਜਹਾਜ਼ ਦਾ, ਬਹਿਰੀ ਦਾ, ਤੁਲਹੇ ਦਾ ਆਸਰਾ ਲੈਣਾ ਪੈਂਦਾ ਹੈ। ਇਹ ਸੰਸਾਰ ਵੀ ਸਮੁੰਦਰ ਹੈ, ਇਹਦੇ ਤੋਂ ਪਾਰ ਹੋਣ ਦੇ ਲਈ ਗੁਰੂ ਦੇ ਨਾਮ ਦੇ ਜਹਾਜ਼ ਦਾ ਆਸਰਾ ਲੈਣਾ ਪੈਂਦਾ ਹੈ। ਆਪ ਜੀ ਕਈ ਵਾਰੀ ਪਿਆਰ ਵਿੱਚ ਪੜ੍ਹਦੇ ਹੋ ਨਾ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਗੁਰੂ ਦਾ ਨਾਮ ਜਹਾਜ਼ ਹੈ, ਤੇ ਜਿਹੜਾ ਨਾਮ ਦੇ ਜਹਾਜ਼ ਤੇ ਚੜ ਜਾਏ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਘੜੀ ਘੜੀ ਸਵਾਸ ਸਵਾਸ ਜਿਹੜਾ ਹੈ ਸਿਮਰਨ ਨਾਲ ਦੇ ਸਫਲ ਹੋ ਜਾਂਦਾ ਹੈ। ਦਾਸ ਧੰਨਵਾਦੀ ਹੈ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਔਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਸਮੁੱਚੇ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਗੁਰੂ ਕੇ ਕੀਰਤਨੀਆਂ ਦਾ ਦਾਸ ਨੂੰ ਇਹ ਸਮਾਂ ਬਖਸ਼ਿਸ਼ ਕੀਤਾ। ਆਪ ਸੰਗਤਾਂ ਦੇ ਚਰਨ ਪਰਸੇ ਨੇ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨਾ ਚਿਤਾਰਦੇ ਹੋਏ ਗੁਰੂ ਪਾਤਸ਼ਾਹ ਚਰਨਾਂ 'ਚ ਅਰਦਾਸ ਕਰਨੀ। ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਕੇ ਆਪਣੀ ਕਥਾ ਵਿਚਾਰ ਆਪ ਕਰਵਾਉਣ ਜੀ। ਹਮ ਮੂਰਖ ਕਉ ਹਰ ਕਿਰਪਾ ਕਰੀ, ਜਨ ਨਾਨਕ ਤਾਰਿਓ ਤਾਰਨ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।